ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਲਾਕਡਾਊਨ ਅਵਧੀ ਦੇ ਦੌਰਾਨ ਸਟੇਟਾਂ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਨੂੰ ਉਹਨਾਂ ਦੀ ਉਪਜ ਸਿੱਧੇ ਗਾਹਕਾਂ ਨੂੰ ਵੇਚਣ ਦੀ ਆਗਿਆ ਦੇਣ ਅਤੇ ਲੋੜ ਮੁਤਾਬਕ APMC ਐਕਟ ਦੇ ਨਿਯਮਾਂ ਵਿੱਚ ਢੀਲ ਦੇਣ। ਇਹ ਉਪਾਅ ਕਿਸਾਨਾਂ ਨੂੰ ਤਾਲਾਬੰਦੀ ਦੌਰਾਨ ਕਮਾਈ ਜਾਰੀ ਰੱਖਣ ਦੀ ਸੁਝਾਅ ਦਿੰਦਾ ਹੈ। ਪਰ ਇਹ APMC ਐਕਟ ਕੀ ਹੈ ਅਤੇ ਕਿਉਂ ਇਹ ਕਿਸਾਨਾਂ ਨੂੰ ਆਪਣੀ ਉਪਜ ਸਿੱਧਾ ਪਹਿਲੀ ਜਗ੍ਹਾ ਤੇ ਸਿੱਧੇ ਤੌਰ ਤੇ ਖਪਤਕਾਰਾਂ ਨੂੰ ਵੇਚਣ ਤੋਂ ਕਿਉਂ ਰੋਕਦਾ ਹੈ? ਅਸਲ ਵਿੱਚ ਐਸਓ ਦੇ ਇਸ ਐਪੀਸੋਡ ਵਿੱਚ ਅਸੀਂ ਕਿਸਾਨਾਂ ਦਾ ਉਤਪਾਦ ਵੇਚਣ ਜਿਸ ਨੂੰ ਉਹ ਚਾਹੁੰਦੇ ਹਨ ਉਸ ਦੀ ਆਜ਼ਾਦੀ ਬਾਰੇ ਗੱਲ ਕਰਾਂਗੇ। ਪਹਿਲਾਂ ਆਓ ਸਮਝਦੇ ਹਾਂ ਕਿ APMC ਐਕਟ ਕੀ ਹੈ। ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ APMC ਇੱਕ ਮਾਰਕੀਟਿੰਗ ਬੋਰਡ ਰਾਜ ਸਰਕਾਰ ਦੁਆਰਾ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਦੇ ਸ਼ੋਸ਼ਣ ਵਿਰੁੱਧ ਸੁਰੱਖਿਆ ਕੀਤੀ ਜਾਵੇ। APMC ਸਿਸਟਮ ਪਹਿਲਾਂ ਬ੍ਰਿਟਿਸ਼ ਦੁਆਰਾ ਇਹ ਸੁਨਿਸ਼ਚਿਤ ਕਰਨ ਲਈ ਸਥਾਪਿਤ ਕੀਤਾ ਗਿਆ ਸੀ ਤਾਂ ਕਿ ਇੰਗਲੈਂਡ ਵਿੱਚ ਟੈਕਸਟਾਈਲ ਮਿਲ ਭਾਰਤ ਤੋਂ ਸਸਤੀਆਂ ਕਪਾਹ ਲੈ ਸਕੇ। ਐਕਟ ਦੇ ਅਨੁਸਾਰ ਖੇਤੀਬਾੜੀ ਉਪਜ ਦੀ ਪਹਿਲੀ ਵਿਕਰੀ ਸਿਰਫ ਸਰਕਾਰੀ ਅਧਿਕਰਨ ਵਪਾਰੀਆਂ ਨੂੰ APMC ਦੇ ਮਾਰਕੀਟ ਵਿਹੜੇ ਤੇ ਜੋ ਹੋ ਸਕਦੀ ਹੈ, ਜਿਸ ਨੂੰ ਆਪਾਂ ਮੰਡੀਆਂ ਦੇ ਨਾਂ ਤੋਂ ਵੀ ਜਾਣਦੇ ਹਾਂ। ਸਿਰਫ APMC ਮੰਡੀਆਂ ਵਿੱਚ ਉਤਪਾਦ ਵੇਚਣ ਦੀ ਪਾਬੰਦੀ ਅੰਤਰ ਵਪਾਰਕ ਵਪਾਰ ਨੂੰ ਵੀ ਸੀਮਿਤ ਕਰਦੀ ਹੈ। ਭਾਰਤ ਕੋਲ ਇਹਨਾਂ ਨਿਯਮਿਤ ਮੰਡੀਆਂ ਵਿੱਚੋਂ 7000 ਤੋਂ ਵੱਧ ਹਨ। ਜ਼ਰਾ ਕਲਪਨਾ ਕਰੋ, ਸਾਰੇ ਭਾਰਤ ਦੇ 9 ਕਰੋੜ ਤੋਂ ਵੱਧ ਕਿਸਾਨਾਂ ਕੋਲ ਆਪਣੀ ਉਪਜ ਵੇਚਣ ਲਈ ਸਿਰਫ 7000 ਮੰਡੀਆਂ ਹਨ। ਮੰਡੀ ਦੇ ਬਾਹਰ ਉਤਪਾਦਾਂ ਦੀ ਵਿਕਰੀ ਤੇ ਸੇਵਾਵਾਂ ਦਾ ਨਤੀਜਾ ਹੁੰਦਾ ਹੈ ਖੇਤੀ ਉਪਜ ਦੀ ਖਰੀਦ ਉੱਤੇ ਸਰਕਾਰੀ ਏਕਾਧਿਕਾਰ। ਮੰਡੀਆਂ ਵਿੱਚ ਸ਼ਾਮਿਲ ਸਾਰੀਆਂ ਪਾਰਟੀਆਂ ਉੱਤੇ ਕਈ ਫੀਸਾਂ ਅਤੇ ਚਾਰਜ ਲਗਾਏ ਜਾਂਦੇ ਹਨ। ਖਰੀਦਦਾਰ ਅਤੇ ਵਿਕਰੇਤਾ ਇਹ ਮਾਰਕੀਟ ਫੀਸ ਅਦਾ ਕਰਦੇ ਹਨ। ਸਾਰੇ ਸਰਵਿਸ ਪ੍ਰੋਵਾਈਡਰਸ ਜਿਸ ਵਿੱਚ ਕਮਿਸ਼ਨ ਏਜੰਟ, ਗੋਦਾਮ ਏਜੰਟ, ਲੋਡਿੰਗ ਏਜੰਟ ਲਾਇਸੈਂਸ ਫੀਸ ਅਦਾ ਕਰਦੇ ਹਨ। ਕਮਿਸ਼ਨ ਏਜੰਟ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਵਿਚਕਾਰ ਵਿਕਰੀ ਤੇ ਫੀਸ ਵੀ ਲੈਂਦੇ ਹਨ। ਇਹ ਫੀਸਾਂ ਅਕਸਰ ਬਹੁਤ ਜ਼ਿਆਦਾ ਹੁੰਦੀਆਂ ਹਨ ਅਤੇ ਕਿਸਾਨਾਂ ਦੇ ਲਾਭ ਨੂੰ ਘਟਾਉਂਦੀਆਂ ਹਨ। ਕਈ ਵਾਰੀ ਤਾਂ ਕਿਸਾਨਾਂ ਨੂੰ ਆਪਣਾ ਉਤਪਾਦ ਦੇਣ ਤੋਂ ਬਾਅਦ ਆਪਣੀ ਜੇਬ ਵਿੱਚੋਂ ਭੁਗਤਾਨ ਕਰਨਾ ਪੈਂਦਾ ਹੈ। What has happened over time is that the very purpose seems to have been defeated. Like farmers get exploited there. There are malpractices and corruption. There is multiplicity of taxes and fees which create hurdles in the way of movement of grains and other agricultural commodities. And farmers are not allowed to sell it in the open market. Yes. And this means there is some kind of monopoly or restrictive practices. ਵਧੇਰੇ ਖਰਚੇ ਦੇ ਬਾਵਜੂਦ ਖੇਤੀਬਾੜੀ ਮੰਡੀਆਂ ਵਿੱਚ ਆਧੁਨਿਕ ਸਹੂਲਤਾਂ ਦੀ ਘਾਟ ਹੈ ਅਤੇ ਮਾੜੀ ਬੁਨਿਆਦ ਹੈ। ਉਦਾਹਰਣ ਦੇ ਲਈ ਤੋਲਣ ਦਾ ਤਰੀਕਾ ਮੈਨੂਅਲ ਹੈ ਅਤੇ ਭੋਜਨ ਦੀ ਕੋਲਡ ਸਟੋਰੇਜ ਦੀਆਂ ਸਹੂਲਤਾਂ ਸੀਮਿਤ ਜਾਂ ਗੈਰ ਹਾਜ਼ਰ ਹੁੰਦੀਆਂ ਹਨ। ਕਿਸਾਨਾਂ ਨੂੰ ਭੁਗਤਾਨ ਲੈਣ ਲਈ ਲੰਮੀਆਂ ਕਤਾਰਾਂ ਵਿੱਚ ਅਧਿਕ ਸਮੇਂ ਲਈ ਖੜਨਾ ਪੈਂਦਾ ਹੈ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਕਿਸਾਨ ਆਲੂ ਲਈ ਸਿਰਫ 1 ਕਿਲੋ ਵਿੱਚ 2 ਤੋਂ 3 ਰੁਪਏ ਪ੍ਰਾਪਤ ਕਰਦੇ ਹਨ, ਪਰ ਤੁਸੀਂ ਉਹਨਾਂ ਨੂੰ 20 ਤੋਂ 25 ਰੁਪਏ ਜਾਂ ਹੋਰ ਲਈ ਖਰੀਦਦੇ ਹੋ। ਅਜਿਹਾ ਕਿਉਂ ਹੈ? ਇੱਥੇ ਬਹੁਤ ਸਾਰੇ ਤੱਥ ਹਨ। ਕਿਸਾਨਾਂ ਨੂੰ ਮਿਲਣ ਵਾਲੀਆਂ ਕੀਮਤਾਂ ਅਤੇ ਉਸ ਕੀਮਤ ਦੇ ਵਿਚਕਾਰ ਅੰਤਰ ਦੱਸ ਸਕਦੇ ਹਨ ਜਿਸ ਦਾ ਗਾਹਕ ਭੁਗਤਾਨ ਕਰਦੇ ਹਨ। ਸਾਰੇ ਪੱਧਰਾਂ ਤੇ ਖਰਚੇ ਹੁੰਦੇ ਹਨ। ਕਿਸਾਨ ਮੰਡੀ ਅਤੇ ਪਾਰਕਿੰਗ ਦੇ ਖਰਚੇ, ਵਪਾਰੀ ਦੁਕਾਨ ਦੇ ਖਰਚੇ, ਲੇਬਰ ਚਾਰਜ, ਆਵਾਜਾਈ ਅਤੇ ਸਟੋਰੇਜ ਖਰਚ ਅਤੇ ਪਰਚੂਨ ਟੈਕਸ, ਕਿਰਾਇਆ, ਲੇਬਰ ਦੇ ਖਰਚੇ। RBI ਦੇ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕਿਸਾਨਾਂ ਨੂੰ 16 ਖਾਣ ਪੀਣ ਦੀਆਂ ਚੀਜ਼ਾਂ ਭਾਰ ਅੰਤਿਮ ਪਰਚੂਨ ਮੁੱਲ ਦਾ ਸਿਰਫ 28 ਤੋਂ 78% ਹੀ ਮਿਲਦਾ ਹੈ। ਕਲਪਨਾ ਕਰੋ ਕਿ ਹਰ 1 ਰੁਪਏ ਲਈ ਤੁਹਾਡੇ ਦੁਆਰਾ ਫਲਾਂ, ਸਬਜ਼ੀਆਂ ਅਤੇ ਅਨਾਜ ਤੇ ਖਰਚਿਆ ਕਿਸਾਨਾਂ ਨੂੰ ਸਿਰਫ 28 ਤੋਂ 78 ਪੈਸੇ ਮਿਲਦੇ ਹਨ। ਖੇਤੀਬਾੜੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸਵਰਗਵਾਸੀ ਸ਼ਰਦ ਜੋਸ਼ੀ ਨੇ ਅੰਦਰ ਸਮੱਸਿਆ ਨੂੰ ਇਹ ਸਤਰਾਂ ਦੁਆਰਾ ਉਜਾਗਰ ਕੀਤਾ ਹੈ। ਮਰਤੇ ਹਮ ਵੀ हैं, मरते तुम भी हो, हम सस्ता बेच के मरते हैं, तुम महंगा खरीद के मरते हो। ਭਾਰਤ ਸਰਕਾਰ APMC ਨਾਲ ਜੁੜੇ ਮੁੱਦਿਆਂ ਤੋਂ ਜਾਣੂ ਹੈ ਅਤੇ ਇੱਕ ਮਾਡਲ APMC ਐਕਟ 2003 ਦੀ ਤਜਵੀਜ਼ ਦਿੱਤੀ। ਮਾਡਲ ਐਕਟ ਨੇ ਕੁਝ ਲੋਕਾਂ ਨੂੰ ਆਜ਼ਾਦੀ ਦਿੱਤੀ ਜਿਸ ਵਿੱਚ ਕਿਸਾਨ ਆਪਣੀ ਉਤਪਾਦ ਸਿੱਧੇ ਠੇਕੇ ਦੇ ਸਪਾਂਸਰਾਂ ਜਾਂ ਨਿੱਜੀ ਬਾਜ਼ਾਰ ਵਿਅਕਤੀ
ਖਪਤਕਾਰਾਂ ਜਾਂ ਉਤਪਾਦਕ ਨੂੰ ਵੇਚਣਗੇ। ਇੱਕ ਦਹਾਕੇ ਦੇ ਬਾਵਜੂਦ ਜ਼ਿਆਦਾਤਰ ਰਾਜ ਸਰਕਾਰਾਂ ਨੇ ਇਹਨਾਂ ਸੁਧਾਰਾਂ ਨੂੰ ਲਾਗੂ ਨਹੀਂ ਕੀਤਾ। 2016 ਵਿੱਚ ਨੀਤੀ ਆਯੋਗ ਇੱਕ ਹੋਰ ਮਾਡਲ ਐਕਟ ਲੈ ਕੇ ਆਇਆ ਸੀ, ਪਰ ਜ਼ਿਆਦਾ ਤਰੱਕੀ ਨਹੀਂ ਹੋਈ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਰਾਜ ਸਰਕਾਰਾਂ ਨੂੰ ਕਰੋਨਾ ਵਾਇਰਸ ਕਰਕੇ ਆਪਣੇ APMC ਕਾਨੂੰਨਾਂ ਵਿੱਚ ਘੱਟੋ-ਘੱਟ 3 ਮਹੀਨੇ ਵਾਸਤੇ ਢੀਲ ਦੇਣ ਦੇ ਫੈਸਲੇ ਨੂੰ ਸ਼ਾਮਿਲ ਕਰਨ ਲਈ ਕਿਹਾ ਹੈ। ਪਰ ਸਿਰਫ 3 ਮਹੀਨਿਆਂ ਲਈ ਹੀ ਕਿਉਂ? ਇਹ ਸੁਧਾਰ ਸਹਾਇ ਹੋਣੇ ਚਾਹੀਦੇ ਹਨ। ਕਿਸਾਨੀ ਜ਼ਿੰਦਗੀ ਸੌਖੀ ਬਣਾਉਣ ਬਾਰੇ ਸੋਚਣ ਲਈ ਕਿਉਂ ਮਹਾਮਾਰੀ ਦਾ ਬਹਾਨਾ ਲੱਭਣਾ ਪਿਆ? ਖੇਤੀ ਬਾਜ਼ਾਰਾਂ ਵਿੱਚ ਸੜਨ ਡੂੰਘੀ ਚੱਲਦੀ ਹੈ। ਸੁਧਾਰ ਲਈ ਵੱਖੋ ਵੱਖਰੇ ਤਰੀਕਿਆਂ ਅਤੇ ਨਿਰਦੇਸ਼ਕਾਂ ਨਾਲ ਯਤਨਾਂ ਦੀ ਜ਼ਰੂਰਤ ਹੋਵੇਗੀ ਤਾਂ ਜੋ ਹਿੱਸੇਦਾਰਾਂ ਵਿਚਕਾਰ ਸਬੰਧਾਂ ਦੀ ਡੂੰਘੀ ਰਾਜਨੀਤਿਕ ਉਲਝਣਾਂ ਨੂੰ ਦੂਰ ਕੀਤਾ ਜਾਵੇ। ਕਿਸਾਨ, ਵਪਾਰੀ, ਕਮਿਸ਼ਨ ਏਜੰਟ ਸਾਰਿਆਂ ਵਿੱਚ ਵਿਰੋਧ ਅਤੇ ਡਰ ਹੈ, ਪਰ ਸੁਧਾਰਾਂ ਦੇ ਬਿਨਾਂ ਕਿਸਾਨ ਦੀ ਤਕਲੀਫ ਜਾਰੀ ਰਹੇਗੀ। ਇਸ ਲਈ ਅਸਲ ਵਿੱਚ ਕਿਸਾਨਾਂ ਨੂੰ ਆਪਣੀ ਉਪਜ ਕਿਸੇ ਨੂੰ ਵੀ ਵੇਚਣ ਲਈ ਆਜ਼ਾਦ ਹੋਣਾ ਚਾਹੀਦਾ ਹੈ, ਜਿਸ ਨੂੰ ਉਹ ਪਸੰਦ ਕਰਦੇ ਹਨ। ਵਾਰ, ਜਗ੍ਹਾ ਅਤੇ ਕੀਮਤ ਤੇ ਉਹ ਫੈਸਲਾ ਕਰਦੇ ਹਨ। Why should only farmers be restricted in selling his produce to only some licensees and not be open to sell it to whoever he wants to sell? So we want to give farmers the choice so that he'll be able to sell his products at an attractive price, have no barriers in interstate movement, and make sure that he is able to e-trade. So a central law is being proposed. ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਸਿਸਟਮ ਵਿੱਚ ਸੁਧਾਰ ਕਰਨ ਲਈ ਇੱਕ ਨਵੀਂ ਮੰਡੀਆਂ ਤੇ ਕਾਨੂੰਨ ਦੀ ਘੋਸ਼ਣਾ ਕੀਤੀ ਹੈ। ਕੇਂਦਰ ਸਰਕਾਰ ਦੁਆਰਾ ਕਾਨੂੰਨਾਂ ਨੂੰ ਇਸ ਮੁੱਦੇ ਤੇ 2003 ਵਿੱਚ ਅਤੇ ਫਿਰ 2016 ਵਿੱਚ ਰਾਜ ਸਰਕਾਰਾਂ ਦੁਆਰਾ ਥੋੜੀ ਅਨੁਕੂਲਤਾ ਦੇ ਨਾਲ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਨੂੰ ਬਸ ਉਡੀਕ ਕਰਨੀ ਪਏਗੀ ਅਤੇ ਵੇਖਣਾ ਪਏਗਾ ਕੋਈ ਐਲਾਨ ਕੀਤਾ ਹੋਇਆ ਸੁਧਾਰ ਅਸਲ ਵਿੱਚ ਵਾਪਰਦਾ ਹੈ ਜਾਂ ਨਹੀਂ।